ਕਹਿੰਦੇ ਕਿ ਜਿਸ ਜਗ੍ਹਾ ਤੇ ਇਨਸਾਨ ਦਾ ਬਚਪਨ ਗੁਜ਼ਰਿਆ ਹੋਵੇ ਨਾ, ਉਹ ਜਗ੍ਹਾ ਕਦੀ ਵੀ ਨਹੀਂ ਭੁੱਲਦੀ। ਇਹ ਗੱਲ ਵਾਕਈ ਹਕੀਕਤ ਆ ਕਿ ਉਹ ਜਗ੍ਹਾ ਨਹੀਂ ਭੁੱਲਦੀ, ਲੇਕਿਨ ਮਜਬੂਰੀਆਂ ਦੇ ਤਹਿਤ ਬੰਦੇ ਨੂੰ ਜਗ੍ਹਾ ਛੱਡ ਕੇ ਦੂਸਰੀ ਜਗ੍ਹਾ ਜਾਣਾ ਪੈਂਦਾ, ਜੋਬ ਦੇ ਸਿਲਸਿਲੇ ਨਾਲ, ਆਪਣੇ ਰਿਜ਼ਕ ਕਮਾਉਣ ਦੇ ਵਾਸਤੇ ਜਾਂ ਕਾਰੋਬਾਰ ਵਾਸਤੇ। ਕੋਈ ਵੀ ਰੀਜ਼ਨ ਲਾ ਲਓ, ਉਹ ਛੱਡ ਕੇ ਨਾ ਇੱਕ ਦਿਨ ਉਹ ਜਗ੍ਹਾ ਜਾਣਾ ਪੈਂਦਾ। ਇਹੀ ਕੁਛ ਇਸੇ ਤਰ੍ਹਾਂ ਕੁਛ ਸਾਡੇ ਨਾਲ ਵੀ ਹੋਇਆ। ਬਚਪਨ 'ਚ ਨਾ ਅਸੀਂ ਇੱਕ ਜਗ੍ਹਾ ਤੇ ਰਹਿੰਦੇ ਸੀਗੇ, ਕਦੀ ਕਿਸੇ ਨਾਲ ਸ਼ੇਅਰ ਗੱਲ ਕੀਤੀ ਆ। ਉਸ ਜਗ੍ਹਾ ਤੇ ਨਾ ਮੈਂ, ਹਾਲਾਂਕਿ ਮੈਨੂੰ ਆਏ ਨੂੰ ਕਾਫੀ ਅਰਸਾ ਹੋ ਗਿਆ, ਉਸ ਜਗ੍ਹਾ ਛੱਡ, ਉਹ ਜਿਸ ਜਗ੍ਹਾ ਤੇ ਬਚਪਨ ਗੁਜ਼ਰਿਆ ਉਹ ਜਗ੍ਹਾ ਛੱਡ ਕੇ ਆਇਆ ਨੂੰ ਕਾਫੀ ਅਰਸਾ ਗੁਜ਼ਰ ਗਿਆ। ਲੇਕਿਨ ਅੱਜ ਵੀ ਜਦੋਂ ਕਹਿੰਦੇ ਨਾ ਕਿ ਯਾਰ ਉੱਥੇ ਜਾਣਾ, ਕਰਦੇ ਕਹਿੰਦੇ ਆ, ਤੇ ਅੰਦਰੋਂ ਨਾ ਇੱਕ ਖੁਸ਼ੀ ਜਿਹੀ ਮਹਿਸੂਸ ਹੁੰਦੀ ਆ ਅੰਦਰੋਂ। ਕਿ ਉਹ ਜਿਸ ਤਰ੍ਹਾਂ ਕਹਿੰਦੇ ਕਿ ਉਹ ਮਿੱਟੀ ਦੇ ਵਿੱਚ, ਅਸੀਂ ਮਿੱਟੀ ਹੁੰਦੇ ਸੀਗੇ ਨਾ ਬਚਪਨ ਦੇ ਵਿੱਚ, ਉਹ ਮਿੱਟੀ ਦੇ ਵਿੱਚ ਖੇਲਣਾ, ਯਾਰ ਦੋਸਤ ਇਕੱਠੇ ਪੜ੍ਹਦੇ, ਗੱਪਸ਼ਪ ਲਾਉਣੀ, ਯਾਰ ਬੇਲੀਆਂ ਨੇ ਨਿਕਲ ਜਾਣਾ, ਅੱਧੀ ਅੱਧੀ ਰਾਤ ਤੱਕ ਬੈਠੇ ਰਹਿਣਾ, ਗੱਪਾਂ ਮਾਰਦੇ। ਪਰਵਾਹ ਹੀ ਨਹੀਂ ਸੀ ਹੁੰਦੀ ਯਾਰ, ਇਸ ਚੀਜ਼ ਦੀ ਫਿਕਰ ਹੀ ਨਹੀਂ ਸੀ ਹੁੰਦੀ, ਕਿਉਂਕਿ ਉਦੋਂ ਬਾਪ ਦਾ ਸਾਇਆ ਸਿਰ ਤੇ ਸੀਗਾ। ਉਦੋਂ ਇਸ ਚੀਜ਼ ਦੀ ਕਦੀ ਸੋਚ ਹੀ ਨਹੀਂ ਸੀ ਆਈ ਕਿ ਯਾਰ ਅਸੀਂ ਇਕੱਲੇ ਹਾਂ। ਇਹ ਹੁੰਦਾ ਸੀਗਾ ਕਿ ਯਾਰ ਪਿੱਛੇ ਸਾਡੇ ਕੋਈ ਹੈਗਾ, ਸਾਨੂੰ ਪਿੱਛੇ ਕੋਈ ਸਪੋਰਟ ਕਰਦਾ, ਸਾਨੂੰ ਕੋਈ ਸਾਡੀ ਫਿਕਰ ਕਰਨ ਵਾਲਾ ਹੈਗਾ, ਸਾਨੂੰ ਫਿਕਰ ਨਹੀਂ ਸੀ ਹੁੰਦੀ, ਤੇ ਬਾਪ ਹੁੰਦਾ ਸੀਗਾ ਸਿਰ ਤੇ। ਮੈਂ ਨਾ ਬੜੇ ਅਰਸੇ ਬਾਅਦ 8-9 ਸਾਲ ਬਾਅਦ ਫਿਰ ਵਿੱਚ ਜਾਂਦੇ ਰਹੀਦਾ ਸੀਗਾ, ਇਹ ਨਹੀਂ ਕਿ ਬਿਲਕੁਲ ਵੀ ਨਹੀਂ ਗਏ। 8-9 ਸਾਲਾਂ ਬਾਅਦ, 10 ਸਾਲਾਂ ਬਾਅਦ ਨਾ ਫਿਰ ਮੇਰਾ ਜਾਣ ਹੋਇਆ ਦੁਬਾਰਾ ਉਸੇ ਜਗ੍ਹਾ ਤੇ ਜਿਸ ਜਗ੍ਹਾ ਤੇ ਬਚਪਨ ਗੁਜ਼ਰਿਆ। ਤੇ ਮੈਂ ਜਾਣਾ ਨਹੀਂ ਸੀ ਹੈ, ਲੇਕਿਨ ਕੁਛ ਸ਼ਾਦੀ ਸੀਗੀ, ਉਹਦੀ ਇਨਵੀਟੇਸ਼ਨ ਆਈ ਆ, ਉਹਦੇ ਵਾਸਤੇ ਜਾਣਾ ਪਿਆ ਮੈਨੂੰ। ਲੇਕਿਨ ਯਾਰ ਮੈਂ ਜਿਸ ਟਾਈਮ ਗਿਆ ਨਾ, ਤੇ ਕੋਈ ਯਾਰ ਬੇਲੀ ਨਹੀਂ, ਜਿੰਨੇ ਵੀ ਸੀਗੇ ਨਾਲ ਇਕੱਠੇ ਪੜ੍ਹਦੇ, ਸਾਰੇ ਆਪਣੇ ਆਪਣੇ ਕੰਮਾਂ ਤੇ ਨਿਕਲ ਗਏ। ਕੋਈ ਉੱਥੇ ਨਹੀਂ ਹੈਗਾ। ਕਿਸੇ ਨੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ, ਕੋਈ ਕਿਤੇ ਜੋਬ ਕਰਨ ਲੱਗ ਪਿਆ, ਕੋਈ ਕਿਤੇ ਕੁਛ ਜਾ ਕੇ ਕਰਨ ਲੱਗ ਪਿਆ, ਕੋਈ ਉੱਥੋਂ ਛੱਡ ਕੇ ਘਰ ਹੀ ਚਲੇ ਗਏ, ਕੋਈ ਕਿਤੇ ਜਾ ਕੇ ਸ਼ਿਫਟ ਹੋ ਗਏ। ਇਸ ਤਰ੍ਹਾਂ ਕਰਕੇ ਨਾ ਸਾਰੇ ਉੱਥੋਂ ਚਲੇ ਗਏ। 8-9 ਸਾਲਾਂ ਬਾਅਦ ਯਾਰ ਜਿਸ ਟਾਈਮ ਮੈਂ ਗਿਆ ਨਾ, ਜਾ ਕੇ ਨਾ ਮੇਰਾ ਨਾ ਉੱਥੇ ਦਿਲ ਨਾ ਲੱਗੇ। ਘਰੋਂ ਨਿਕਲਿਆ ਬਾਹਰ, ਜਾ ਕੇ ਬਾਹਰ ਜਦੋਂ ਗਿਆ, ਅੱਗੇ ਜਦੋਂ ਵੀ ਨਿਕਲਣਾ ਕੋਈ ਨਾ ਕੋਈ ਯਾਰ ਬੇਲੀ ਮਿਲ ਜਾਣਾ, ਬਹਿ ਜਾਣਾ, ਗੱਪਸ਼ਪ ਲਾਉਣੀ, ਕਈ ਘੰਟੇ ਗੁਜ਼ਰ ਜਾਣੇ ਯਾਰ ਗੱਪਸ਼ਪ ਲਾਉਂਦੇ ਆ। ਉਹ ਜਿਸ ਟਾਈਮ ਗਿਆ ਨਾ, ਤੇ ਯਾਰ ਕੋਈ ਯਾਰ ਬੇਲੀ ਨਾ ਨਜ਼ਰ ਆਇਆ, ਤੇ ਉਹ ਘਰ ਬਾਹਰ ਮੈਂ ਇਕੱਲਾ ਹੀ ਬੈਠਾ। ਯਕੀਨ ਕਰੋ ਕਿ ਬੜੀ ਮੁਸ਼ਕਲ ਇੱਕ ਦਿਨ ਤੇ ਇੱਕ ਰਾਤ ਮੈਂ ਕੱਢੀ ਉੱਥੇ। ਤੇ ਮੈਂ ਨਾ ਉੱਥੋਂ ਭੱਜਣ ਦੀ ਕੀਤੀ। ਤੇ ਜ਼ਾਹਰੀ ਗੱਲ ਹੈ, ਜਿਨ੍ਹਾਂ ਨੇ ਕਿ ਮੈਨੂੰ ਸ਼ਾਦੀ ਤੇ ਇਨਵਾਈਟ ਕੀਤਾ ਸੀਗਾ, ਉਹਨਾਂ ਨੂੰ ਪਤਾ ਸੀਗਾ ਕਿ ਇੱਥੇ ਪਹਿਲੇ ਵੀ ਰਹਿ ਕੇ ਗਏ ਆ, ਔਰ ਇੱਥੋਂ ਜਦੋਂ ਵੀ ਆਉਂਦੇ ਆ ਕੋਈ 5-7 ਦਿਨ ਤਾਂ ਰਹਿ ਕੇ ਜਾਂਦੇ ਆ। ਇੱਥੇ ਆ ਕੇ ਦਿਲ ਵੀ ਲੱਗਦਾ। ਉਹ ਵਾਕਈ ਇੱਕ ਗੱਲ ਹਕੀਕਤ ਸੀਗੀ ਕਿ ਵਾਕਈ ਦਿਲ ਲੱਗਦਾ ਸੀ ਉੱਥੇ ਜਾ ਕੇ, ਕਿਉਂਕਿ ਉਦੋਂ ਨਾ ਸ਼ਾਦੀ ਹੋਈ ਸੀ, ਨਾ ਕਿ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਸੀਗੀ। ਪਿੱਛੇ ਨਿਜ਼ਾਮ ਚੱਲਦਾ ਸੀਗਾ, ਪਿੱਛੇ ਘਰ ਸੰਭਾਲਣ ਵਾਲੇ ਵੀ ਸੀਗੇ, ਸਰਬਰਾਹ ਸੀਗੇ ਬੈਠੇ। ਜਦੋਂ ਕਿ ਪਿੱਛੋਂ ਤੁਹਾਡੇ ਸਿਰ ਤੇ ਹੱਥ ਰੱਖਣ ਵਾਲਾ ਜਾਂ ਤੁਹਾਡੇ ਮੋਢੇ ਤੇ ਹੱਥ ਰੱਖਣ ਵਾਲਾ ਤੁਹਾਡਾ ਬਾਪ ਚਲੇ ਜਾਂਦਾ ਨਾ, ਫਿਰ ਤੁਹਾਨੂੰ ਪਤਾ ਚੱਲਦਾ ਕਿ ਦੁਨੀਆ ਦੀ ਅੱਖ ਕੀ ਹੁੰਦੀ ਹੈ। ਅੱਛਾ, ਸ਼ਾਇਦ ਦੂਸਰੇ ਪਾਸੇ ਗੱਲ ਜਾ ਰਹੀ ਹੈ। ਤੇ ਮੈਂ ਨਾ ਉੱਥੇ ਗਿਆ ਯਾਰ, ਦਿਲ ਨਾ ਲੱਗਾ, ਤੇ ਮੈਂ ਨਾ ਵਾਪਸ ਉੱਥੋਂ ਭੱਜਣ ਦੀ ਕੀਤੀ। ਤੇ ਮੈਂ ਜਦੋਂ ਵਾਪਸ ਅਗਲੇ ਸ਼ਹਿਰ ਦੇ ਵਿੱਚ ਨਾ, ਤੇ ਸਿਸਟਰ ਰਹਿੰਦੀ ਸੀ, ਮੈਂ ਉੱਥੇ ਗਿਆ, ਤੇ ਉਹਨੇ ਪੁੱਛਿਆ ਕਿ ਬੜੀ ਜਲਦੀ ਆ ਗਿਆ ਇਸ ਵਾਰੀ, ਕੀ ਗੱਲ? ਅੱਗੇ ਤਾਂ ਜਦੋਂ ਵੀ ਜਾਣਾ ਤੂੰ 3-3 4-4 ਦਿਨ 5-5 ਦਿਨ ਉੱਥੇ ਲਾ ਦੇਣਾ। ਮੈਂ ਹੁਣ ਉਹਨੂੰ ਦੱਸਿਆ, ਮੈਂ ਕਿਹਾ ਬਾਊ ਜਦੋਂ ਨਾ ਉੱਥੇ ਸੀਗੇ, ਯਾਰ ਬੇਲੀ ਸੀਗੇ, ਗੱਪਸ਼ਪ ਲਾਉਣੀ, ਸਾਰੇ ਇਕੱਠੇ ਹੁੰਦੇ ਸੀਗੇ। ਇਸ ਵਾਰੀ ਗਿਆ, ਯਕੀਨ ਮੰਨ, ਮੈਂ ਕਿ ਉੱਥੇ ਕੋਈ ਨਹੀਂ ਨਜ਼ਰ ਆਇਆ। ਤੇ ਅਗਰ ਬਾਹਰ ਵੀ ਜਾ ਕੇ ਬਹਿਣਾ ਨਾ, ਕਿ ਉਹ ਹੁੰਦਾ ਸੀਗਾ ਸਰਦੀਆਂ 'ਚ, ਬਾਹਰ ਜਾ ਕੇ ਬਾਲਣ ਕਿਸੇ ਦਾ ਵੀ ਚੁੱਕ ਕੇ ਅੱਗ ਲਾ ਲੈਣੀ, ਉੱਥੇ ਬੈਠੇ ਨੇ ਅੱਗ ਸੇਕਦੇ ਰਹਿਣਾ। ਗਰਮੀਆਂ ਆ ਗਈਆਂ ਤੇ ਬਾਹਰ ਟੂਬਲ 'ਤੇ ਚਲੇ ਗਏ, ਉੱਥੇ ਨਹਾਉਣ ਲੱਗ ਪਏ। ਕਿ ਇਸ ਤਰ੍ਹਾਂ ਕਰਕੇ ਨਾ ਕਾਫੀ ਸੀਗੇ ਮਸਲੇ ਮਸਾਇਲ, ਯਾਨੀ ਕਿ ਜਿਹੜੇ ਅੱਛਾ ਯਾਰ ਬੇਲੀ ਜਿਹੜੇ ਸੀਗੇ ਨਾ, ਸਾਰੇ ਇਕੱਠੇ ਹੁੰਦੇ ਸੀਗੇ, ਸੈਲੀਬ੍ਰੇਟ ਕਰਦੇ ਸੀਗੇ। ਅੰਬ ਹੋਣੇ, ਅੰਬਾਂ ਦਾ ਮੌਸਮ ਹੋਣਾ, ਤੇ ਅੰਬ ਲੈ ਆਉਣੇ, ਉਹ ਹੌਦੀਆਂ 'ਚ ਸਿੱਟ ਲੈਣੇ, ਠੰਡੇ ਕਰ ਅੰਬ ਖਾਣੇ। ਮੈਂ ਕਿਹਾ ਬਾਊ ਇਸ ਵਾਰੀ ਗਿਆ ਤੇ ਕੋਈ ਨਹੀਂ ਨਜ਼ਰ ਆਇਆ। ਉੱਥੇ ਗਿਆ ਵਾਂ, ਦੇਖਿਆ ਕੋਈ ਯਾਰ ਬੇਲੀ ਨਹੀਂ, ਕੋਈ ਸ਼ੈ ਨਹੀਂ। ਉਹ ਬਸ ਸ਼ਾਦੀ ਸੀਗੀ ਜਿਹੜੀ, ਉਹ ਸ਼ਾਦੀ ਗੁਜ਼ਾਰੀ ਆ। ਸ਼ਾਦੀ ਦੇ ਫੰਕਸ਼ਨ ਜਿਹੜਾ ਅਟੈਂਡ ਕੀਤਾ, ਜਿਸ ਤਰ੍ਹਾਂ ਸ਼ਾਦੀ ਕੰਪਲੀਟ ਹੋਈ ਆ, ਬਸ ਉੱਥੋਂ ਨਾ ਮੈਂ ਯਕੀਨ ਛੂ ਮੰਤਰ ਹੋਣ ਦੀ ਕੋਸ਼ਿਸ਼ ਕੀਤੀ ਆ ਕਿ ਯਾਰ ਮੈਂ ਇੱਥੇ ਨਹੀਂ ਰਹਿਣਾ। ਮੈਂ ਹੁਣ ਦੀ ਗੱਲ ਕਰਦਾ, ਮੇਰਾ ਹੁਣ ਉੱਥੇ ਜਾਣ ਨੂੰ ਦਿਲ ਨਹੀਂ ਕਰਦਾ। ਉਹਦੀ ਵਜ੍ਹਾ ਇਹ ਆ, ਠੀਕ ਆ, ਬਾਕੀ ਰਿਸ਼ਤੇ ਆਪਣੀ ਜਗ੍ਹਾ, ਬਾਕੀ ਰਿਸ਼ਤਿਆਂ ਦੇ, ਹਰ ਰਿਸ਼ਤੇ ਦੀ, ਹਰ ਚੀਜ਼ ਦੀ ਆਪਣੀ ਅਹਿਮੀਅਤ ਹੁੰਦੀ ਆ। ਲੇਕਿਨ ਜਿਹੜੇ ਬਚਪਨ ਦੇ ਯਾਰ ਬੇਲੀ ਹੁੰਦੇ ਨਾ, ਜਿਨ੍ਹਾਂ ਨਾਲ ਬਚਪਨ ਗੁਜ਼ਰਿਆ ਹੁੰਦਾ, ਜਿਨ੍ਹਾਂ ਨਾਲ ਤੁਸੀਂ ਬਚਪਨ ਦੀਆਂ ਮਾਸੂਮਾਨਾ ਖੇਲਾਂ ਜਿਹੜੀਆਂ ਖੇਲਦੇ ਰਹੇ ਆ, ਜਾਂ ਕਿ ਨਿੱਕੇ ਹੁੰਦੇ ਆ ਲੜਾਈ ਝਗੜੇ ਫਿਰ ਉਸੇ ਤਰ੍ਹਾਂ ਹੋ ਜਾਣਾ,
ਉਹ ਜਿਹੜੇ ਸੀਗੇ ਨਾ ਯਾਰ ਬੇਲੀ, ਉਹ ਉੱਥੇ ਨਹੀਂ ਰਹੇ। ਤੇ ਹੁਣ ਇਸੇ ਵਜ੍ਹਾ ਤੋਂ ਕਰਕੇ ਨਾ ਮਤਲਬ ਇਹ ਨਹੀਂ ਕਿ ਜਾਣਾ ਹੀ ਨਹੀਂ, ਅਸੀਂ ਜਾਂਦੇ ਰਹੀਦਾ ਵਾ। ਬਾਕੀ ਦੇ ਜਿਹੜੇ ਰਿਸ਼ਤੇ ਹੈਗੇ ਉਹਨਾਂ ਦੀ ਆਪਣੀ ਅਹਿਮੀਅਤ ਆ, ਉਹ ਇੱਕ ਸਾਈਡ 'ਤੇ ਆ, ਉਹਨਾਂ ਨੂੰ ਮਿਲਣ ਵਾਸਤੇ ਜਾਂਦੇ ਰਵਾਂਗੇ। ਲੇਕਿਨ ਜਿਹੜੀ ਪਹਿਲੇ ਚਾਹਤ ਹੁੰਦੀ ਸੀ ਨਾ ਜਾਣ ਦੀ, ਪਹਿਲੇ ਖੁਸ਼ੀ ਨਾਲ ਜਾਈਦਾ ਸੀ, ਭੱਜ ਕੇ ਜਾਈਦਾ ਸੀਗਾ, ਉਹ ਖੁਸ਼ੀ ਜਿਹੜੀ ਆ ਨਾ, ਉਹ ਖੁਸ਼ੀ ਅੱਜ ਦਿਲ ਦੇ ਵਿੱਚ ਨਹੀਂ ਹੈਗੀ। ਕਿਉਂਕਿ ਹੁਣ ਜਾਣ ਨੂੰ ਦਿਲ ਹੀ ਨਹੀਂ ਕਰਦਾ। ਹੁਣ ਆਪਣੇ ਸਿਰ 'ਤੇ ਜ਼ਿੰਮੇਵਾਰੀਆਂ ਇੰਨੀਆਂ ਪੈ ਗਈਆਂ, ਆਪਣੇ ਘਰ ਦੇ ਮਸਲੇ ਮਸਾਇਲ ਇੰਨੇ ਪੈ ਗਏ, ਕੋਈ ਮਤਲਬ ਆਪਣੀ ਘਰ ਦੀ ਜ਼ਿੰਮੇਵਾਰੀ ਇੰਨੀ ਹੁੰਦੀ ਆ ਕਿ ਬੰਦਾ ਕਿਤੇ ਵੀ ਚਲੇ ਜਾਵੇ ਨਾ, ਅਤੇ ਕੋਸ਼ਿਸ਼ ਹੁੰਦੀ ਹੈ ਕਿ ਯਾਰ ਆਪਣੇ ਬੱਚਿਆਂ ਦੇ ਵਿੱਚ ਚਲੀਏ, ਆਪਣੀ ਫੈਮਿਲੀ ਦੇ ਵਿੱਚ ਚੱਲ ਗਏ, ਉੱਥੇ ਜਿਹੜੇ ਚੰਦ ਦਿਨ ਹੈਗੇ ਆ ਉੱਥੇ ਗੁਜ਼ਾਰੀਏ। ਅਤੇ ਅਸੀਂ ਵੈਸੇ ਪ੍ਰਦੇਸੀ ਲੋਕ ਹਾਂ, ਸਾਡੀ ਮਤਲਬ ਹੁੰਦੀ ਚੰਦ ਦਿਨਾਂ ਦੀ ਛੁੱਟੀ ਹੁੰਦੀ ਆ, ਜਾਈਦਾ ਆਪਣੇ ਦੇ ਵਿੱਚ ਜਿਹੜੇ 5-7 ਦਿਨ ਜਾਂ ਮਹੀਨਾ 2 ਮਹੀਨੇ ਗੁਜ਼ਾਰੀ ਦੇ, ਗੁਜ਼ਾਰ ਕੇ ਅਤੇ ਆਪਣੇ ਬਸ ਫਿਰ ਆਪਣੇ ਘਰ ਦੇ ਵਿੱਚ ਹੀ ਅਸੀਂ ਮੁਸਾਫਰ ਹੁੰਦੇ ਹਾਂ। ਬਾਕੀ ਅੱਜ ਦੀ ਮੇਰੀ ਵੀਡੀਓ ਇੱਥੇ ਤੱਕ ਆ। ਅਗਰ ਤੁਹਾਨੂੰ ਵੀ ਇਸੇ ਤਰ੍ਹਾਂ ਫੀਲ ਹੁੰਦਾ ਅਤੇ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਦੇਣਾ। ਮਿਲਦੇ ਹਾਂ ਅੱਗੇ ਕਿਸੇ ਨਵੀਂ ਵੀਡੀਓ ਦੇ ਨਾਲ। ਮੁਹੰਮਦ ਉਸਮਾਨ ਨੂੰ ਦਿਓ ਇਜਾਜ਼ਤ। ਅਗਰ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਮਿਲਦੇ ਹਾਂ ਅੱਗੇ ਕਿਸੇ ਨਵੀਂ ਵੀਡੀਓ ਦੇ ਨਾਲ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।